ਗੁਰੂ ਨਾਨਕ ਸਾਹਿਬ ਮਹਾਰਾਜ ਪਾਵਨ ਬਾਣੀ ਜਪਜੀ ਸਾਹਿਬ ਦੇ ਅੰਦਰ ਸਾਨੂੰ ਜ਼ਿੰਦਗੀ ਦੇ ਅਰਥ ਸਮਝਾਉਂਦੇ ਨੇ ਵੀ ਜ਼ਿੰਦਗੀ ਦੇ ਅਰਥ ਹੈ ਕੀ। ਜ਼ਿੰਦਗੀ ਕਹਿੰਦੇ ਕਿਹਨੂੰ ਨੇ, ਅਸੀਂ ਜ਼ਿੰਦਗੀ ਕਿਹਨੂੰ ਸਮਝਦੇ ਹਾਂ। ਗੁਰੂ ਮਹਾਰਾਜ ਜੀ ਨੇ ਦੋ ਸਵਾਲ ਕੀਤੇ ਨੇ ਪਾਵਨ ਬਾਣੀ ਦੇ ਅੰਦਰ, ਔਰ ਸਤਿਗੁਰੂ ਜੀ ਨੇ ਉਹਨਾਂ ਦਾ ਜਵਾਬ ਵੀ ਦਿੱਤਾ ਹੈ। ਪਾਤਸ਼ਾਹ ਰਹਿਮਤ ਕਰਦੇ ਨੇ, ਕਿਵ ਸਚਿਆਰਾ ਹੋਈ ਹੈ। ਗੁਰੂ ਮਹਾਰਾਜ ਜੀ ਨੇ ਜ਼ਿੰਦਗੀ ਦੇ ਅਰਥ ਸਚਿਆਰ ਕੀਤੇ ਨੇ। ਜੀਵਨ ਤੇ ਇਦਾਂ ਦਾ ਹੋਣਾ ਚਾਹੀਦਾ ਹੈ ਜੋ ਸੱਚ ਨਾਲ ਜੁੜਿਆ ਹੋਏ, ਸੱਚ ਤੇ ਟਿਕਿਆ ਹੋਏ। ਮਹਾਰਾਜ ਕਹਿੰਦੇ ਕਿਵ ਸਚਿਆਰਾ ਹੋਈ ਹੈ। ਸਚਿਆਰ ਸ਼ਬਦ ਦੇ ਥੋੜੇ ਅਰਥ ਜਿਹੜੇ ਨੇ ਉਹਨੂੰ ਸੌਖੇ ਤਰੀਕੇ ਨਾਲ ਸਮਝਣ ਦਾ ਯਤਨ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਕੰਮ ਦੇ ਆਧਾਰ ਤੇ ਨਾਂ ਦੇ ਦਿੰਦੇ ਹਾਂ, ਜਿੱਦਾਂ ਸਮਾਜ ਨੇ ਕੰਮ ਦੇ ਆਧਾਰ ਤੇ ਕੁਝ ਲੋਕਾਂ ਨੂੰ ਨਾਂ ਦਿੱਤੇ ਹੋਏ ਨੇ। ਜਿਸ ਤਰ੍ਹਾਂ ਲੋਹੇ ਦੇ ਕੰਮ ਕਰਨ ਵਾਲੇ ਨੂੰ ਦੁਨੀਆ ਲੋਹਾਰ ਕਹਿੰਦੀ ਹੈ, ਇਹ ਉਹਦੇ ਕੰਮ ਦੇ ਆਧਾਰ ਤੇ ਹੈ। ਲੱਕੜ ਦਾ ਕੰਮ ਕਰਨ ਵਾਲੇ ਨੂੰ ਦੁਨੀਆ ਤਰਖਾਣ ਕਹਿੰਦੀ ਹੈ, ਇਹ ਉਹਦੇ ਕੰਮ ਦੇ ਆਧਾਰ ਤੇ ਹੈ। ਜਿੱਦਾਂ ਦਾ ਕੋਈ ਕੰਮ ਕਰਦਾ ਹੈ ਉਦਾਂ ਦਾ ਉਹਨੂੰ ਨਾਂ ਦੇ ਦਿੱਤਾ ਜਾਂਦਾ ਹੈ। ਸਾਡੇ ਸਮਾਜ ਨੇ ਉਹਨੂੰ ਨਾਂ ਦਿੱਤੇ ਨੇ। ਸੋਨੇ ਦੇ ਕੰਮ ਕਰਨ ਵਾਲੇ ਨੂੰ ਸੁਨਿਆਰ ਕਿਹਾ ਜਾਂਦਾ ਹੈ। ਇਸੇ ਤਰੀਕੇ ਨਾਲ ਜਿਹਦੀ ਜ਼ਿੰਦਗੀ ਸੱਚ ਤੇ ਟਿਕ ਗਈ, ਜਿਹਨੇ ਸੱਚ ਨੂੰ ਦ੍ਰਿੜ ਕਰ ਲਿਆ, ਜਿਹਨੂੰ ਜ਼ਿੰਦਗੀ ਦੇ ਅਰਥ ਸਮਝ ਆ ਗਏ ਨੇ, ਜਿਹਨੂੰ ਜ਼ਿੰਦਗੀ ਦੇ ਅਰਥ ਸਮਝ ਆਏ ਨੇ, ਜਿਹਦੀ ਜ਼ਿੰਦਗੀ ਸਚਿਆਰ ਹੋ ਗਈ, ਜਿਹਦਾ ਜੀਵਨ ਸੱਚ ਨਾਲ ਜੁੜ ਗਿਆ, ਜਿਹਦਾ ਜੀਵਨ ਸੱਚ ਨੂੰ ਸਮਰਪਿਤ ਹੋ ਗਿਆ, ਜਿਹਦੀ ਜ਼ਿੰਦਗੀ ਚੋਂ ਸੱਚ ਝਲਕਦਾ ਹੈ, ਜਿਹਦੇ ਕਰਮਾਂ ਚੋਂ ਸੱਚ ਝਲਕਦਾ ਹੈ, ਮਹਾਰਾਜ ਨੇ ਉਹਨੂੰ ਸਚਿਆਰ ਕਿਹਾ। ਮਹਾਰਾਜ ਕਹਿੰਦੇ ਕਿਵ ਸਚਿਆਰਾ ਹੋਈ ਹੈ। ਸਚਿਆਰ ਬਣਨਾ ਕਿਵੇਂ ਹੈ? ਕਿਵ ਕੂੜੇ ਟੁੱਟੇ ਪਾਲ। ਮਹਾਰਾਜ ਕਹਿੰਦੇ ਇੱਕ ਕੂੜ ਦੀ ਪਾਲ ਹੈ ਜਿਹੜੀ ਮਨੁੱਖ ਨੂੰ ਇਹ ਭੁਲੇਖਾ ਪਾਉਂਦੀ ਹੈ ਵੀ ਇਹੀ ਜੀਵਨ ਹੈ। ਇਹ ਕੂੜ ਦੀ ਪਾਲ ਟੁੱਟੇਗੀ ਤੇ ਮਨੁੱਖ ਜ਼ਿੰਦਗੀ ਦੇ ਅਰਥ ਸਮਝ ਸਕੇਗਾ, ਸਚਿਆਰ ਬਣ ਸਕੇਗਾ। ਸਚਿਆਰ ਕਿਵੇਂ ਬਣਨਾ ਔਰ ਕੂੜ ਦੀ ਪਾਲ ਕਿਵੇਂ ਟੁੱਟੇਗੀ, ਇਹਨਾਂ ਦੋਨਾਂ ਹੀ ਸ਼ਬਦਾਂ ਦੀ ਵਰਤੋਂ ਸਤਿਗੁਰੂ ਨੇ ਪਾਵਨ ਬਾਣੀ ਅੰਦਰ ਕੀਤੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ ਹੈ, ਸਚਿਆਰ ਤੇ ਕੁੜਿਆਰ ਇਹ ਦੋਨੋਂ ਸ਼ਬਦ ਪਾਵਨ ਬਾਣੀ ਦੇ ਵਿੱਚ ਮਿਲਦੇ ਨੇ। ਜਿੱਥੇ ਪਾਤਸ਼ਾਹ ਕਹਿੰਦੇ ਨੇ ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੁੜਿਆਰ ਕਹਿੰਦੇ ਨੇ ਜਿਹੜੀ ਜ਼ਿੰਦਗੀ ਕੂੜ ਤੇ ਹੀ ਟਿਕ ਜਾਏ, ਮਾੜਾ ਹੀ ਦਿਖਣਾ, ਮਾੜਾ ਹੀ ਸੋਚਣਾ, ਮਾੜਾ ਹੀ ਬੋਲਣਾ, ਮਾੜਾ ਹੀ ਚਿਤਵਣਾ, ਮਾੜਾ ਹੀ ਕਰਨਾ, ਉਹਨੂੰ ਕੁੜਿਆਰ ਕਹਿੰਦੇ ਨੇ। ਇਸ ਦਾ ਜ਼ਿਕਰ ਸਤਿਗੁਰੂ ਜੀ ਨੇ ਕੂੜ ਦੇ ਅਰਥ ਨੂੰ ਸਤਿਗੁਰੂ ਜੀ ਨੇ 18ਵੀਂ ਪੌੜੀ ਦੇ ਵਿੱਚ ਇਹਨੂੰ ਖੋਲਿਆ ਹੈ, ਜਿੱਥੇ ਮਹਾਰਾਜ ਕਹਿੰਦੇ ਨੇ ਅਸੰਖ ਮੂਰਖ। ਕੁੜਿਆਰ ਕੀ ਹੈ? ਕੂੜ ਕੀ ਹੈ? ਮੂਰਖ ਕਿਹਨੂੰ ਕਹਿੰਦੇ ਨੇ? ਬੁੱਧੀਹੀਣ ਨੂੰ, ਜੋ ਅਕਲ ਨੂੰ ਹੱਥ ਹੀ ਨਾ ਮਾਰੇ। ਮਾਲਕ ਕਹਿੰਦੇ ਨੇ ਅਸੰਖਾਂ ਹੀ ਇਸ ਸੰਸਾਰ ਦੇ ਅੰਦਰ ਮੂਰਖ ਲੋਕ ਨੇ। ਅਸੰਖ ਮੂਰਖ, ਉਹਨਾਂ ਦੀ ਗਿਣਤੀ ਅਣਗਿਣਤ ਹੈ। ਅੰਧਘੋਰ ਮਹਾਮੂਰਖ ਲੋਕ। ਮਹਾਰਾਜ ਕਹਿੰਦੇ ਅਸੰਖ ਮੂਰਖ। ਮੂਰਖ ਕਿਹਨੂੰ ਕਹਿੰਦੇ ਨੇ? ਬੁੱਧੀਹੀਣ ਨੂੰ, ਜੋ ਆਪਣੀ ਅਕਲ ਨੂੰ ਹੱਥ ਹੀ ਨਾ ਮਾਰੇ। ਮਹਾਰਾਜ ਕਹਿੰਦੇ ਇਸ ਸੰਸਾਰ ਦੇ ਅੰਦਰ ਅਣਗਿਣਤ ਲੋਕ
ਮੂਰਖ ਭਰੀ ਜ਼ਿੰਦਗੀ ਜਿਹੜੀ ਉਹਨੂੰ ਜਿਉ ਰਿਹਾ, ਅਕਲ ਨੂੰ ਹੱਥ ਹੀ ਨਹੀਂ ਮਾਰਦਾ, ਕਦੀ ਸਮਝਣ ਦਾ ਯਤਨ ਹੀ ਨਹੀਂ ਕੀਤਾ ਵੀ ਜ਼ਿੰਦਗੀ ਹੈ ਕੀ। ਅਸੰਖ ਮੂਰਖ ਅੰਧਕੋਰ ਮਹਾਮੂਰਖ ਲੋਕ, ਅਸੰਖ ਚੋਰ, ਅਸੰਖਾਂ ਹੀ ਚੋਰ ਲੋਕ ਨੇ। ਚੋਰ ਕੀ ਕਰਦੇ ਨੇ? ਕਿਸੇ ਦੀਆਂ ਖੁਸ਼ੀਆਂ ਹੀ ਚੁਰਾ ਲੈਣੀਆਂ, ਕਿਸੇ ਦੇ ਸੁਪਨੇ ਚੁਰਾ ਲੈਣੇ, ਕਿਸੇ ਦੀ ਪ੍ਰੋਪਰਟੀ ਚੁਰਾ ਲੈਣੀ, ਕਿਸੇ ਦੀ ਜਾਇਦਾਦ ਨੂੰ ਸੰਨ ਲਾਉਣੀ, ਕਿਸੇ ਦੀ ਇੱਜ਼ਤ ਚੁਰਾ ਲੈਣੀ। ਕਿੰਨੇ ਲੋਕ ਪਏ ਇਹੀ ਕੰਮ ਕਰਦੇ ਹੈ। ਕੂੜੀ ਤਾਂ ਹੈ। ਅਸੰਖ ਚੋਰ ਹਰਾਮਖੋਰ, ਹਰਾਮਖੋਰ ਮਤਲਬ ਦੂਜੇ ਦਾ ਹੱਕ ਖਾਣ ਵਾਲੇ ਲੋਕ, ਦੂਜਿਆਂ ਦੇ ਬੱਚਿਆਂ ਦੇ ਮੂੰਹ ਚੋਂ ਖੋਹ ਕੇ ਆਪਣੇ ਬੱਚਿਆਂ ਦੇ ਮੂੰਹ 'ਚ ਪਾਉਣ ਵਾਲੇ ਲੋਕ, ਦੂਜਿਆਂ ਦੇ ਹੱਕ ਤੇ ਆਪਣਾ ਹੱਕ ਜਤਾਉਣ ਵਾਲੇ ਲੋਕ। ਅਸੰਖ ਚੋਰ ਹਰਾਮਖੋਰ, ਅਸੰਖ ਅਮਰ ਕਰ ਜਾਹੇ ਜੋ। ਲੋਕਾਂ ਤੇ ਹੁਕਮ ਚਲਾਉਣ ਵਾਲੇ ਲੋਕ, ਲੋਕਾਂ ਤੇ ਧੱਕਾ ਕਰਨ ਵਾਲੇ ਲੋਕ। ਮਹਾਰਾਜ ਕਹਿੰਦੇ ਇਸ ਸੰਸਾਰ ਦੇ ਅੰਦਰ ਮੌਜੂਦ ਨੇ। ਅਸੰਖ ਗਲ ਵੱਡ ਹੱਤਿਆ ਕਮਾਹੇ, ਹੱਤਿਆ ਕਰਨ ਵਾਲੇ ਲੋਕ, ਲੋਕਾਂ ਦੀ ਜਾਨ ਲੈਣ ਵਾਲੇ ਲੋਕ, ਲੋਕਾਂ ਦਾ ਸਮਾਜ ਦਾ ਕਾਣ ਕਰਨ ਵਾਲੇ ਲੋਕ। ਅਸੰਖ ਗਲ ਵੱਡ ਹੱਤਿਆ ਕਮਾਏ। ਮਹਾਰਾਜ ਕਹਿੰਦੇ ਅਸੰਖ ਪਾਪੀ ਪਾਪ ਕਰ ਜਾਏ। ਪਾਪ ਕਰਨ ਵਾਲੇ ਲੋਕ ਵੀ ਅਣਗਿਣਤ ਨੇ, ਔਰ ਹਰ ਵਕਤ ਪਾਪ ਵਿੱਚ ਹੀ ਖਚਤ ਰਹਿੰਦੇ ਨੇ, ਮਾੜਾ ਹੀ ਸੋਚਦੇ ਨੇ, ਮਾੜਾ ਹੀ ਸੁਣਦੇ ਨੇ, ਮਾੜਾ ਹੀ ਬੋਲਦੇ ਨੇ, ਮਾੜਾ ਹੀ ਚਿਤਵਦੇ ਨੇ, ਹਰ ਵਕਤ ਮਾੜਿਆਂ ਕੰਮਾਂ 'ਚ ਹੀ ਜਿਹੜੇ ਨੇ ਉਹ ਗਲਤਾਨ ਰਹਿੰਦੇ ਨੇ। ਫਿਰ ਮਹਾਰਾਜ ਕਹਿੰਦੇ ਅਸੰਖ ਕੁੜਿਆਰ, ਅਸੰਖਾਂ ਹੀ ਲੋਕ, ਇਹਦਾ ਮਹਾਰਾਜ ਨੇ ਜ਼ਿਕਰ ਕੀਤਾ ਸਰ। ਇਹੀ ਤੇ ਕੂੜ ਹੈ। ਅਸੰਖ ਕੂੜਿਆਰ, ਕੂੜੇ ਫਿਰ ਆਏ। ਅਸੰਖ ਮਲੇਛ, ਮਲੇਛ ਮਾੜੀ ਇੱਛਾ ਵਾਲੇ ਲੋਕ, ਮਾੜੀ ਇੱਛਾ ਵਾਲੇ ਨੂੰ ਮਲੇਛ ਕਿਹਾ ਜਾਂਦਾ ਹੈ। ਅਸੰਖ ਮਲੇਛ ਮਲ ਪੱਖ ਖਾਏ, ਜੋ ਨਹੀਂ ਖਾਣ ਵਾਲਾ ਉਹ ਵੀ ਖਾਂਦੇ, ਦੂਜਿਆਂ ਦੇ ਹੱਕ ਖਾਂਦੇ। ਸਤਿਗੁਰੂ ਜੀ ਨੇ 18ਵੀਂ ਪੌੜੀ ਦੇ ਅੰਦਰ ਇਹ ਜ਼ਿਕਰ ਕੀਤਾ ਹੈ। ਇਹ ਹੈ ਕੂੜ। ਹੁਣ ਇਸ ਕੂੜ ਦੀ ਦੀਵਾਰ ਟੁੱਟੇਗੀ ਕਿਵੇਂ? ਕੂੜ ਜ਼ਿੰਦਗੀ ਚੋਂ ਕਿਵੇਂ ਹਟੇਗਾ? ਮਹਾਰਾਜ ਕਹਿੰਦੇ ਕਿਵ ਸਚਿਆਰਾ ਹੋਈਏ, ਇਸ ਕੂੜ ਚੋਂ ਜ਼ਿੰਦਗੀ ਨਿਕਲੇਗੀ ਕਿਵੇਂ? ਕਿਵ ਕੂੜੇ ਟੁੱਟੇ ਪਾਲ, ਕੂੜ ਕਿਵੇਂ, ਕੂੜ ਦੀ ਪਾਲ ਟੁੱਟੇਗੀ ਕਿਵੇਂ? ਥੋੜਾ ਇਹਨੂੰ ਹੋਰ ਸਮਝਣ ਦਾ ਯਤਨ ਕਰਦੇ ਹਾਂ। ਸਚਿਆਰ ਮਨੁੱਖ ਉਦੋਂ ਬਣਦਾ ਹੈ ਜਦੋਂ ਮਨੁੱਖ ਮਾਲਕ ਵੱਲੋਂ ਦਿੱਤੀਆਂ ਹੋਈਆਂ ਸਹੂਲਤਾਂ ਦੀ ਸਹੀ ਵਰਤੋਂ ਕਰਦਾ ਹੈ। ਸਰੀਰ ਮਨੁੱਖਾਂ ਵਾਲਾ ਹੈ, ਪਰ ਮਨੁੱਖ ਕੋਲ ਸੋਚ ਜਿਹੜੀ ਹੈ ਉਹ ਮਨੁੱਖਾਂ ਵਾਲੀ ਨਹੀਂ ਹੈ। ਬਸ ਇਹੀ ਵਿਛੋੜੇ ਦੇ ਲੱਛਣ ਇਹੀ ਨੇ। ਵਿਛੋੜੇ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ, ਮਨੁੱਖ ਆਪਣੇ ਆਪ ਤੋਂ ਹੀ ਵਿਛੜਿਆ ਹੋਇਆ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਇਹਦਾ ਜ਼ਿਕਰ ਵੀ ਕੀਤਾ ਹੈ। ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਇਹ ਸਚਿਆਰ ਬਣ ਕਿਉਂ ਨਹੀਂ ਪਾ ਰਿਹਾ? ਇਹ ਜ਼ਿੰਦਗੀ ਦੇ ਅਰਥ ਸਮਝ ਕਿਉਂ ਨਹੀਂ ਰਿਹਾ ਕਿ ਜ਼ਿੰਦਗੀ ਹੈ ਕੀ? ਮਹਾਰਾਜ ਕਹਿੰਦੇ ਅਸਲ ਵਿੱਚ ਇਹ ਆਪਣੇ ਆਪ ਤੋਂ ਹੀ ਵਿਛੜਿਆ ਹੋਇਆ, ਇਹ ਆਪਣੇ ਆਪ ਤੋਂ ਹੀ ਬਹੁਤ ਦੂਰ ਹੈ। ਕਰਤੂਤ ਪਸ਼ੂ ਕਿਉ, ਕੰਮ ਜਿਹੜੇ ਨੇ ਉਹ ਪਸ਼ੂਆਂ ਵਾਲੇ ਨੇ। ਮਾਨਸ
जात है, ये मनुखी जात अंदरों है, जात यदी मनुख है। और जो ये कम देखे जाते हैं तो महाराज कहते कम ये जड़े ने वो पशुओं नूं पैड़े है, कम ये पशुओं वाले ने। मनुख अपने आप तो ही विछड़िया होया, शरीर इंसाना वाला है, कम इंसाना वाले नहीं है। शरीर इंसाना वाला है, सोच इंसाना वाली नहीं है। जुबान इंसाना वाली है, पर मनुख नूं इंसान वांग बोलना नहीं आता। ਇਹਦੇ ਕੋਲ नज़र है, रब ने इनू नज़र दी है, ਇਹਦਾ नज़रिया ठीक नहीं। सतगुरु महाराज पावन बाणी अंदर रहमत करते कहते मनुख अपने आप तो ही विछड़िया होया, इनू देखना ही नहीं आता, इनू बोलना ही नहीं आता, इनू सुनना ही नहीं आता, ये कम ही ठीक नहीं। मल कहते नैनो नींद पर दृष्ट विकार, इनू रब ने नज़र दी है, ਇਹਦਾ नज़रिया ठीक नहीं है, नज़रिया गंदा है। नैनो नींद पर दृष्ट विकार, हर वक्त माड़ा सोचदा है और माड़ा ही देखदा है। नैनो नींद पर दृष्ट विकार, सरवण सोए सुन निंद विचार। अजे तक इनू सुनना नहीं आया, इन्हां कन्नां नाल अपनी तारीफ सुननी चाहुंदा है और दूजे दी निंदिया सुननी चाहुंदा है। मनुख ने कन्नां दे अर्थ ही कीते ने, इनू मल कहंदे अजे तक सुनना ही नहीं आया। रसना सोई लोभ मीठे साध, इनू अजे तक बोलना ही नहीं आया, इनू अजे तक बोलना ही नहीं आया। जुबान जिहड़ी है रसां दे विच जिहड़ी है वो खचदा है, सुत्ती हुई है जुबान। रसना सोई लोभ मीठे साध, मन सोया माया बिस्माद। मन जिहड़ा विकारां विच सुत्ता होया है, कलर केरी छपड़ी कौआ मल मल लाए। विकारां दी छपड़ी च मन जिहड़ा कां बन के चुभियां ला रहा, मन सोया माया बिस्माद। मन हर वक्त विकारां विच गुलतान है, मन विकारां चों निकलदा ही नहीं। महाराज कहंदे मनुख की जिंदगी इस तरीके की बनी हुई, इनू अजे तक सुनना नहीं आया, इनू देखना नहीं आया, इनू बोलना नहीं आया, ये काम इंसाना वाले नहीं, ये कूड़ है। महाराज कहते किव सचियारा हुई है, इन जिंदगी के अर्थ, इनू जिंदगी कहते हैं। जीवन सच नाल जुड़िया होया, मालक ने नज़र दी है, मनुख का नज़रिया ठीक होए। कन्न दिते ने मनुख नूं सुनना आ जाए। गुरु महाराज पावन बाणी आनंद साहब के अंदर कहते हैं, ए शरवणो मेरियो साचे सुनने नो पठाए, साचे सुनने नो पठाए शरीर लाए। सुनो सत बाणी जित सुनी, मन तन हरिया हुआ रसना रस समाणी। जिदन सुनना आ गया तन ते मन अरोग हो जाएगा, हरिया हो जाएगा, मौलिया जाएगा। जिदन मनुख नूं सुनना आ गया, जुबान है मल कहते बोलण लग्या मनुख नूं ध्यान रखना चाहिए। जित बोलिया पत पाई है, सो बोलिया प्रवान। फिक्का बोल विगुचना सुन मूर्ख मन अजान। मनुख नूं देखना आ जाए, यह विस संसार तुम देख दे, यह हर का रूप है, हर रूप नजर नहीं आया। मल कहते विछोड़ा खत्म हो जाएगा, कूड़ दी दीवार टुट जाएगी। किवें कहते हुक्म रजाई चलना, उहदी रजा विच तुरन नाल, उहदे हुक्म विच तुरन नाल कूड़ दी दीवार टुट जाएगी। की है हुक्म विच तुरना, उहदी रजा विच तुरना की है? मल कहते पहे विच पवन वहे सदवाओ, पहे विच चलै लख दरियाओ। पहे विच सूरज पहे विच चंद, कोह करोड़ी चलत न अंत। सब पह विच चल रहे हैं। किवें चल रहे ने? हवा उहदे हुक्म च है, अग उहदे हुक्म च है,
ਸੂਰਜ ਉਹਦੇ ਹੁਕਮ 'ਚ ਨੇ। ਮਾਲਕ ਕਹਿੰਦੇ ਨੇ ਤੂੰ ਵੀ ਉਹਦੇ ਹੁਕਮ ਵਿੱਚ ਚੱਲ, ਉਹਦੀ ਰਜ਼ਾ ਵਿੱਚ ਤੁਰ। ਜ਼ਿੰਦਗੀ ਦੇ ਅਰਥ ਹੀ ਬਦਲ ਜਾਣਗੇ, ਜ਼ਿੰਦਗੀ ਦੀ ਖੇਡ ਹੀ ਨਿਰਾਲੀ ਹੋ ਜਾਏਗੀ। ਮਾਲਕ ਦੇ ਹੁਕਮ ਵਿੱਚ ਤੁਰ, ਉਹਦੀ ਰਜ਼ਾ ਵਿੱਚ ਤੁਰ। ਜਿਹਨੂੰ ਤੂੰ ਜ਼ਿੰਦਗੀ ਸਮਝ ਕੇ ਬਹਿ ਗਿਆ, ਇਹ ਜ਼ਿੰਦਗੀ ਨਹੀਂ ਹੈ, ਇਹ ਕੂੜ ਹੈ, ਇਹ ਝੂਠ ਹੈ, ਇਹ ਤੇਰੀ ਜ਼ਿੰਦਗੀ ਨਾਲ ਧੋਖਾ ਹੈ। ਨਾ ਤੂੰ ਖੁਦ ਜ਼ਿੰਦਗੀ ਦੇ ਅਰਥ ਸਮਝੇ ਨੇ, ਨਾ ਤੂੰ ਕਿਸੇ ਨੂੰ ਸਮਝਾ ਪਾਏਗਾ। ਨਾ ਤੂੰ ਖੁਦ ਜ਼ਿੰਦਗੀ ਦਾ ਆਨੰਦ ਲਿਆ, ਨਾ ਤੂੰ ਕਿਸੇ ਨੂੰ ਦੇ ਪਾਏਗਾ। ਨਾ ਖੁਦ ਤੇਰੀ ਜ਼ਿੰਦਗੀ 'ਚ ਸਕੂਨ ਹੈ, ਨਾ ਦੂਜੇ ਨੂੰ ਆਏਗਾ। ਜਿੱਦਣ ਤੈਨੂੰ ਜ਼ਿੰਦਗੀ ਦੇ ਅਰਥ ਸਮਝ ਆ ਗਏ, ਜਦੋਂ ਤੂੰ ਮਾਲਕ ਦੇ ਹੁਕਮ ਅੰਦਰ, ਉਹਦੀ ਰਜ਼ਾ ਅੰਦਰ ਤੁਰਨਾ ਸਿੱਖ ਲਿਆ, ਜ਼ੁਬਾਨ ਨੂੰ ਬੋਲਣਾ ਆ ਗਿਆ, ਕੰਨਾਂ ਨੂੰ ਸੁਣਨਾ ਆ ਗਿਆ, ਨਜ਼ਰੀਆ ਬਦਲ ਗਿਆ। ਜਿੱਦਣ ਤੇਰੇ ਕਰਮ ਪਵਿੱਤਰ ਹੋ ਗਏ, ਜਿੱਦਣ ਤੈਨੂੰ ਸੁਕ੍ਰਿਤ ਕਰਨੀ ਆ ਗਈ, ਮਹਾਰਾਜ ਕਹਿੰਦੇ ਸੁਕ੍ਰਿਤ ਕੀਜੇ। ਕਰਮ ਨੂੰ ਇਸ ਤਰੀਕੇ ਨਾਲ ਕਰ ਵੀ ਉਹਦੇ 'ਚ ਤੇਰਾ ਵੀ ਭਲਾ ਹੋਏ ਤੇ ਦੂਜੇ ਦਾ ਵੀ ਭਲਾ ਹੋਏ। ਜਿੱਦਣ ਤੈਨੂੰ ਤੁਰਨਾ ਆ ਗਿਆ ਸੱਚ ਦੇ ਰਸਤੇ ਤੇ, ਜਿੱਦਣ ਤੂੰ ਕਦਮ ਰੱਖ ਲਿਆ, ਜ਼ਿੰਦਗੀ ਦੇ ਅਰਥ ਬਦਲ ਜਾਣਗੇ। ਮਾਲਕ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਧੁਰ ਤੋਂ ਲਿਖਿਆ ਹੋਇਆ ਹੈ। ਇਹੀ ਸਹੀ ਰਸਤਾ ਹੈ। ਮਾਲਕ ਕਹਿੰਦੇ ਨੇ ਇਹ ਧੁਰ ਦਰਗਾਹੋਂ ਅਕਾਲ ਪੁਰਖ ਵਾਹਿਗੁਰੂ ਨੇ ਇਹੀ ਲਿਖਿਆ। ਮਨੁੱਖ ਜਿਹੜਾ ਹੈ ਉਹ ਸਚਿਆਰ ਬਣੇ, ਰਜ਼ਾ ਵਿੱਚ ਤੁਰੇ, ਹੁਕਮ ਵਿੱਚ ਤੁਰੇ। ਗੁਰੂ ਮਹਾਰਾਜ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਜ਼ਿੰਦਗੀ ਦੇ ਅਰਥ ਸਮਝ ਆ ਜਾਣ, ਅਸੀਂ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਉ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।